ਸਤਿ ਸ਼੍ਰੀ ਅਕਾਲ ਜੀ। ਸੋ ਨੈਕਸਟ ਹੁਣ ਅਸੀਂ ਫੰਡਾਮੈਂਟਲ ਰਾਈਟਸ ਦੇ ਅਗਲੇ ਯਾਨੀ ਕਿ ਮੌਲਿਕ ਅਧਿਕਾਰਾਂ ਦਾ ਅਗਲਾ ਟੌਪਿਕ ਜਿਹੜਾ ਅਸੀਂ ਕਵਰ ਕਰਨਾ ਉਹ ਹੈਗਾ ਹੈ ਆਰਟੀਕਲ 19 ਤੋਂ ਲੈ ਕੇ 22 ਤੱਕ। ਅਸੀਂ ਪਿਓਰ ਪੰਜਾਬੀ 'ਚ ਆਪਣੇ ਕੰਟੈਂਟ ਨੂੰ ਪੜ੍ਹ ਰਹੇ ਹਾਂ ਤਾਂ ਜੋ ਜਿਹੜੇ ਬੱਚਿਆਂ ਦੇ ਹੱਥ ਇਸ ਕਰਕੇ ਖੜ੍ਹੇ ਆ ਕਿ ਪੜ੍ਹਾਈ ਸਾਡੇ ਵੱਸ ਦੀ ਨਹੀਂ, ਉਹਨਾਂ ਵਾਸਤੇ ਇੱਕ ਬਹੁਤ ਤਗੜਾ ਇਨੀਸ਼ੀਏਟਿਵ ਆ। ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣੀ ਹੋਵੇ ਤਾਂ 77 078 0072 ਠੀਕ ਆ, ਇਹਦੇ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਆ ਜਾਓ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣਾ ਅੱਜ ਦਾ ਟੌਪਿਕ। ਦੇਖੋ ਪਿਛਲੇ ਲੈਕਚਰ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ 19 ਤੋਂ ਲੈ ਕੇ 22 ਤੱਕ 19 ਤੋਂ ਲੈ ਕੇ 22 ਤੱਕ ਜਿਹੜੇ ਅਧਿਕਾਰ ਨੇ ਸਾਡੇ, ਠੀਕ ਆ, 19 ਤੋਂ ਲੈ ਕੇ 22 ਤੱਕ ਜਿਹੜੇ ਅਧਿਕਾਰ ਨੇ ਉਹ ਸਾਡੇ ਸੁਤੰਤਰਤਾ ਆਜ਼ਾਦੀ ਦੇ ਅਧਿਕਾਰ ਨੇ। ਇਹਨਾਂ 'ਚ ਚਾਹੇ 19 ਹੋਵੇ, ਚਾਹੇ 20 ਹੋਵੇ, ਚਾਹੇ 21 ਹੋਵੇ, ਚਾਹੇ 22 ਹੋਵੇ, ਹਰ ਇੱਕ ਅਧਿਕਾਰ ਜਿਹੜਾ ਹੈ ਉਹ ਸਾਨੂੰ ਆਜ਼ਾਦੀ ਦੀ ਫੀਲਿੰਗ ਦਊਗਾ। ਕਿਵੇਂ ਆਜ਼ਾਦੀ ਦੀ ਫੀਲਿੰਗ ਕਿਵੇਂ ਦਊਗਾ? ਜਿਵੇਂ 19 ਪੜ੍ਹਦੇ ਹਾਂ, 19 ਦੇ ਵਿੱਚ ਨਾ ਬੇਸਿਕਲੀ ਸਾਨੂੰ 19 ਆਰਟੀਕਲ ਅਨੁਛੇਦ 19 ਪੜ੍ਹਦੇ ਹਾਂ ਆਪਾਂ। ਇਹ ਕਹਿੰਦਾ ਹੈ ਕਿ ਨਾਗਰਿਕਾਂ ਨੂੰ ਦੇਸ਼ ਦੇ ਸਿਟੀਜ਼ਨਸ ਨੂੰ 6 ਪ੍ਰਕਾਰ ਦੀ ਫਰੀਡਮ ਮਿਲੀ ਹੋਈ ਹੈ, 6 ਪ੍ਰਕਾਰ ਦੀ ਸੁਤੰਤਰਤਾ ਮਿਲੀ ਹੈ। ਉਹ ਸੁਤੰਤਰਤਾ ਕਿਹੜੀ ਆ? ਜੇ ਮੈਂ ਸੰਵਿਧਾਨ ਦੀ ਭਾਸ਼ਾ 'ਚ ਜਾਵਾਂ 19A 19B 19C 19D 19E 19F, ਪਹਿਲਾਂ ਇੱਕ 19G ਵੀ ਸੀ, ਉਹ ਖਤਮ ਹੋ ਗਈ। 19G ਕਿਉਂ ਖਤਮ ਹੋ ਗਈ? ਇਹਦੇ 'ਤੇ ਵੀ ਇੱਕ ਸਵਾਲ ਆ। ਫਿਰ ਹੁਣ ਦੇਖੋ 19A 'ਚ ਵੀ ਦੋ ਹਿੱਸੇ ਨੇ। 19A 'ਚ ਦੋ ਹਿੱਸੇ ਨੇ, ਇੱਕ ਲਿਖਿਆ ਇੱਕ ਨਹੀਂ ਲਿਖਿਆ। ਜੋ ਨਹੀਂ ਲਿਖਿਆ ਉਹ ਇੰਪੋਰਟੈਂਟ ਨਹੀਂ ਪਰ ਦੱਸਣਾ ਜ਼ਰੂਰੀ ਆ। 19A ਦਾ 1, 19A ਦਾ 2, 19B 'ਚ ਵੀ ਦੋ ਹਿੱਸੇ ਆ। 19B ਦਾ 1, 19B ਦਾ 2, ਜਿਵੇਂ ਐਵੇਂ 19B ਦਾ 2, 19C ਦਾ 1, ਫਿਰ ਇੱਥੇ ਆਊਗਾ 19C ਦਾ 2, 19D ਦਾ 1, 19D ਦਾ 2। ਹੁਣ ਇਹ ਕਿਹੜੇ ਪ੍ਰਕਾਰ ਦੀ ਫਰੀਡਮ ਆ? ਇਸ ਆਰਟੀਕਲ 'ਚ ਅਨੁਛੇਦ 19 'ਚ 6 ਪ੍ਰਕਾਰ ਦੀ ਫਰੀਡਮ ਆ। ਤੁਸੀਂ ਆਪਣਾ ਕਿਸੇ ਵੀ ਪ੍ਰਕਾਰ ਨਾਲ ਵਿਚਾਰ ਵਿਅਕਤ ਕਰ ਸਕਦੇ ਹੋ, ਤੁਹਾਨੂੰ ਵਿਚਾਰ ਵਿਅਕਤ ਕਰਨ ਦੀ ਪੂਰੀ ਆਜ਼ਾਦੀ ਆ, ਤੁਹਾਨੂੰ ਨਹੀਂ ਰੋਕਿਆ ਜਾ ਸਕਦਾ। ਸੁਪਰੀਮ ਕੋਰਟ ਇੱਥੋਂ ਤੱਕ ਵੀ ਕਹਿ ਚੁੱਕੀ ਆ ਕਿ ਤੁਸੀਂ ਐਵੇਂ ਦਾ ਕੁਝ ਵੀ ਬੋਲ ਸਕਦੇ ਹੋ ਜਿਹੜਾ ਸਮਾਜ ਦੇ ਵਿੱਚ ਤਣਾਅ ਨਾ ਪੈਦਾ ਕਰੇ। ਪਰ ਜੇ ਤੁਸੀਂ ਕੁਝ ਵੀ ਇਹੋ ਜਿਹਾ ਬੋਲਿਆ ਜੋ ਸਮਾਜ 'ਚ, ਦੋ ਬਰਾਦਰੀਆਂ 'ਚ, ਅੰਤਰਰਾਸ਼ਟਰੀ ਪੱਧਰ 'ਤੇ ਦੂਜੇ ਦੇਸ਼ਾਂ ਨਾਲ ਸਾਡੇ ਸੰਬੰਧ ਖਰਾਬ ਕਰੇ ਜਾਂ ਕਿਸੇ ਦੀ ਡੈਫੇਮੇਸ਼ਨ, ਮਾਣਹਾਨੀ ਕਰੇ, ਉਹ ਤੁਸੀਂ ਨਹੀਂ ਬੋਲ ਸਕਦੇ। ਤੇ ਜੇ ਬੋਲੋਗੇ ਤਾਂ ਸਖਤ ਕਾਰਵਾਈ। 19A ਆਜ਼ਾਦੀ ਦਿੰਦਾ ਹੈ, 19B ਉਹਦੇ 'ਤੇ ਪਾਬੰਦੀਆਂ ਲਾਉਂਦਾ ਹੈ। 19(1) ਆਜ਼ਾਦੀ ਦਿੰਦਾ ਹੈ, 19(2) ਪਾਬੰਦੀਆਂ ਲਾਉਂਦਾ ਹੈ। 19(1) 'ਚ ਕਿਹੜੀ ਆਜ਼ਾਦੀ ਆ? ਬੋਲਣ ਦੀ। ਪਾਬੰਦੀ ਕੀ ਆ? ਗਲਤ ਨਹੀਂ ਬੋਲਣਾ। 19B ਦਾ 1 ਆ ਜਾਓ, ਸ਼ਾਂਤੀਪੂਰਕ ਸੰਮੇਲਨ ਦੀ ਆਜ਼ਾਦੀ। ਤੁਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਹੋ। ਯੂ ਹੈਵ ਰਾਈਟ ਟੂ ਆਫ ਫਰੀਡਮ ਟੂ ਪੀਸਫੁਲ ਪ੍ਰੋਟੈਸਟ। ਪਰ ਤੁਹਾਡਾ ਉਹ ਪ੍ਰੋਟੈਸਟ ਜਿਹੜਾ ਹੈ ਦੰਗਿਆਂ 'ਚ ਸ਼ਮੂਲ ਨਹੀਂ ਹੋਣਾ ਚਾਹੀਦਾ। ਸਟ੍ਰਾਈਕ ਨਹੀਂ ਕਰ ਸਕਦੇ, ਤੁਸੀਂ ਮਾਹੌਲ ਖ਼ਰਾਬ ਨਹੀਂ ਕਰ ਸਕਦੇ। ਜੇ ਤੁਸੀਂ ਸ਼ਾਂਤੀਪੂਰਵਕ ਸੰਮੇਲਨ ਕਰਨਾ ਹੈ, ਪਰ ਜੇ ਤੁਹਾਡੇ ਜ਼ਿਲ੍ਹੇ ਦੇ ਜਾਂ ਸਬ ਡਿਵੀਜ਼ਨ ਦੇ SDM ਜਾਂ DM ਨੇ ਕਹਿਤਾ ਕਿ ਦਫਾ 144 ਦੇ ਤਹਿਤ ਮਾਹੌਲ ਖ਼ਰਾਬ ਆ, ਤੁਸੀਂ ਇਕੱਠੇ ਨਹੀਂ ਹੋਣਾ, ਤੇ ਤੁਸੀਂ ਫਿਰ ਵੀ ਹੋਗੇ, ਫਿਰ ਕਾਰਵਾਈ ਆ। 19B ਦਾ 1 ਕਹਿੰਦਾ ਹੈ ਪੀਸਫੁਲ ਪ੍ਰੋਟੈਸਟ, ਸ਼ਾਂਤੀਪੂਰਨ ਸੰਮੇਲਨ ਕਰੋ। ਪਰ 19B ਦਾ 2 ਕਹਿੰਦਾ ਹੈ ਜਿੱਥੇ ਸਰਕਾਰ ਨੂੰ ਲੱਗਿਆ ਮਾਹੌਲ ਤਣਾਅਪੂਰਨ ਆ, ਤੁਹਾਨੂੰ ਰੋਕ ਵੀ ਜਾ ਸਕਦਾ ਹੈ। 19C ਦੇ 1 'ਚ, ਠੀਕ ਆ, ਤੁਹਾਨੂੰ ਨਿਰੰਤਰ ਵਿਚਰਨ ਤੇ ਨਿਵਾਸ ਦੀ, ਯੂ ਹੈਵ ਫਰੀਡਮ ਆਫ ਰੈਜ਼ੀਡੈਂਸ। ਤੁਸੀਂ ਇੰਡੀਆ 'ਚ ਕਿੱਥੇ ਮਰਜ਼ੀ ਮੂਵ ਕਰ ਸਕਦੇ ਹੋ। ਮਤਲਬ ਕਿ ਵਿਚਰਨ ਦਾ ਮਤਲਬ ਹੈ ਟੂ ਮੂਵ ਐਨੀਵੇਅਰ ਇਨ ਇੰਡੀਆ, ਤੇ ਨਿਵਾਸ ਕਿਤੇ ਵੀ ਆਪਣਾ ਰੈਜ਼ੀਡੈਂਟ ਪਾ ਕੇ ਰਹਿ ਸਕਦੇ ਹੋ। ਪਰ ਇਹਦੇ 'ਤੇ ਵੀ ਕੰਡੀਸ਼ਨ ਆ। ਪਹਾੜੀ ਏਰੀਏ ਜਿੱਥੇ ਸਰਕਾਰ ਨੇ ਕੁਝ ਕਾਨੂੰਨ ਬਣਾਏ ਹੋਏ ਆ, ਜਾਂ ਜੰਗਲੀ ਏਰੀਏ ਜਿੱਥੇ ਵਿਚਾਰੇ ਜਨਜਾਤੀ ਟਰਾਈਬਲਸ ਰਹਿੰਦੇ ਆ, ਉੱਥੇ ਰੁਕਣ ਤੋਂ ਤੁਹਾਨੂੰ ਆਜ਼ਾਦੀ ਨਹੀਂ ਗੀ, ਕਿਉਂਕਿ ਫਿਰ ਉਹਨਾਂ ਦੀ ਲੋਕਲ ਵਿਰਾਸਤ ਖਤਮ ਹੁੰਦੀ ਹੈ। ਸੋ ਇਹ ਵੀ ਇੱਕ ਆਜ਼ਾਦੀ, ਤੇ ਉਹਦੇ 'ਤੇ ਇੱਕ ਸ਼ਰਤ, ਲਿਮਿਟ, ਕੰਡੀਸ਼ਨਾਂ, ਸ਼ਰਤਾਂ ਲਾਗੂ, ਜਿਵੇਂ ਕਹਿ ਦਈਏ। 19(4) ਤੁਸੀਂ ਕਿਸੇ ਵੀ ਪ੍ਰਕਾਰ ਦੀ ਐਸੋਸੀਏਸ਼ਨ ਯਾਨੀ ਕਿ ਸਮੁਦਾਇ ਜਾਂ ਯੂਨੀਅਨ ਜਾਂ ਸੰਗਠਨ, ਐਸੋਸੀਏਸ਼ਨ ਜਾਂ ਯੂਨੀਅਨ ਬਣਾ ਸਕਦੇ ਹੋ, ਪਰ ਤੁਹਾਡੀ ਕੋਈ ਵੀ ਯੂਨੀਅਨ ਸਟ੍ਰਾਈਕ ਨਹੀਂ ਕਰ ਸਕਦੀ। ਇਹ ਤੁਹਾਡੇ 'ਤੇ ਸ਼ਰਤ ਆ, ਕਿਉਂਕਿ ਫਿਰ ਤੁਸੀਂ ਸਰਕਾਰੀ ਜਾਂ ਪਬਲਿਕ ਕੰਮਕਾਰ ਹੋਣਗੇ ਜਿਹੜੇ ਲੋਕਾਂ ਦੇ ਲੋਕ ਭਲਾਈ ਦੇ ਕੰਮਕਾਰ, ਉਹਦੇ 'ਚ ਅੜਿੱਕਾ ਵੀ ਬਣ ਸਕਦੇ ਹੋ। ਅੜਿੱਕਾ ਨਹੀਂ ਬਣ ਸਕਦੇ। ਤੁਹਾਡੀ ਸੰਸਥਾ ਸਹੀ ਤਰੀਕੇ ਨਾਲ ਕੰਮ ਕਰੇ ਤਾਂ ਬਿਲਕੁਲ ਸਹੀ ਆ। ਆਜ਼ਾਦੀ ਵੀ,
अगली गल, तुसी किसी भी प्रकार का व्यापार, किसी भी प्रकार का प्रोफैशन, पेशा तुहाडा हो सकता है, पर तुहाडा पेशा एवें दा नहीं होऊगा जिन्नू संविधान द्वारा जां कानून के तहत जिहड़ा गुणा है, जिवें चोरी, चकारी जां होर दलाली, एवें दा पेशा नहीं होना चाहिए, गलत प्रकार की दलाली। सो अधिकार भी है ते शर्तां भी लागू है। 6वें प्रकार ते आ जाओ तुसीं। सब तो इंपॉर्टेंट गल, हुण एक गल बड़ी क्लीयर आ, 19(6) संपत्ति कमाउणा इकट्ठी करन दी स्वतंत्रता। ये अधिकार जिहड़ा सीगा ना, ये जिहड़ा संपत्ति का अधिकार आ, ये हुण डिलीट हो चुकिया है। उहदी वजह एक, ये क्यों डिलीट हो गया, क्योंकि तुसीं सॉरी ये अधिकार का मतलब इनू ना आ चीज़ प्रैस की आज़ादी नूं थल्ले लिख लो। ਇਹਦਾ मतलब ये आ कि तुसीं कोई भी अपनी प्रॉपर्टी नूं इकट्ठा करके रख सकते हो, पर एक कंडीशन ਇਹਦੇ ते हुण ये खत्म हो गया, क्योंकि जदों तुसीं संपत्ति का अधिकार ही खत्म हो गया आर्टिकल 31 च, तो उन्होंने इकट्ठे करन दे अधिकार का कोई मतलब ही नहीं रह जाता। उम्मीद करदा कि तुहानूं आ गल चंगी तरह समझ आ गई होगी। आर्टिकल 19 दे विच ये कहा गया कि तुहानूं संपत्ति इकट्ठी करन दी आज़ादी है। आर्टिकल 31 च कहंदे सी तुहानूं संपत्ति का अधिकार आ, जदों संपत्ति का अधिकार जिहड़ा मुख अधिकार आ उही नहीं रहा। संपत्ति का इकट्ठा तो उदों करोगे ना जो संपत्ति का अधिकार होगा। जदों 31 दे नाल 31 आर्टिकल नूं डाया सी, उहदे नाल आ भी डाया सीगा। लोकां नूं लगदा कि 44वें अमेंडमेंट नाल 31 आर्टिकल उड्डिया, 19 का आ भी जी भाग भी उड गया सी उदों नाल। उम्मीद करदा कि आ गल चंगी तरह समझ आ गई होगी। सो इस तरीके नाल हुण ये 6 प्रकार की आज़ादी तुहाडे कोल हैगी आ। सो जे कोई मैनूं पुछे कि सर प्रैस की आज़ादी संविधान दे विच किते भी स्पष्ट तौर पर प्रैस की आज़ादी का जिक्र नहीं गा, स्पष्ट तौर पर मतलब किते लिखिया होया नहीं, सिर्फ बोलण की आज़ादी दे विच ही प्रैस की आज़ादी नूं संभालिया जांदा है। इस करके जे पुछे राइट टू फ्रीडम, फ्रीडम ऑफ प्रैस कम्स अंडर आर्टिकल 19(1) जिहड़ा अपना बोलण की आज़ादी है ना, ਉਹਦੇ ਵਿੱਚ ही प्रैस की आज़ादी है, क्योंकि प्रैस वाले भी बोल के ਜਾਂ अपने आप ਨੂੰ लिख के व्यक्त करते हैं। ਇਹਨੂੰ 19(1) 'ਚ ही ਮੰਨ लिया गया है। सो ਜਿਹੜਾ ਬੰਦਾ 19 आर्टिकल की गल करता है, ਉਹਨੂੰ 6(19) ਦੀ, ਉਹਨੂੰ ਉਹਦੇ अंदर मिलियां 6 प्रकार दी स्वतंत्रता ਦੀਆਂ फ्रीडम ਦੀਆਂ ਗੱਲਾਂ ਕਰਨੀਆਂ ਪੈਣਗੀਆਂ, ਤੇ हर एक गल ਨੂੰ ਅੱਡ ਸਮਝਾਉਣਾ ਪਊਗਾ कि असल 'ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ कि 19 आर्टिकल 'ਚ ਕਿਹੜੀਆਂ फ्रीडम्स ਜਿਹੜੀਆਂ ਨੇ ਉਹਨਾਂ ਦਾ ਜ਼ਿਕਰ ਹੁੰਦਾ ਹੈ। 19 आर्टिकल अपने आप 'ਚ एक बड़ा इंपॉर्टेंट आ। 19 ਤੋਂ ਲੈ ਕੇ 22 तक जिन्ने भी आर्टिकल्स ने ਉਹ सिर्फ ਤੇ सिर्फ फ्रीडम की गल करते हैं, साडी सुतंत्रता की, साडे आज़ाद होने की गल करते हैं। ਉਹਦੇ 'ਚ 19 ਦੇ अंदर ही 6 प्रकार की फ्रीडम आ। ਹੁਣ मैं गल कर ਲਾਂ आर्टिकल 20 की, अनुच्छेद 20 की। अनुच्छेद 20 की कहता है, ये भी किसी ना किसी तरीके नाल सुतंत्रता, फ्रीडम, आज़ादी नाल जुड़िया है। पर यह अनुच्छेद 20 बड़ा इंपॉर्टेंट आ, बहुत ही ज़्यादा इंपॉर्टेंट आ। ਇਹਦੇ 'ਚ ਕੀ ਆ, ਜਿਹੜੇ ਲੋਕ ਕਿਸੇ ਨਾ ਵੀ प्रकार का अपराध ऑफेंस करके दोषी साबित हो चुके ने, किसी प्रकार का अपराध करके दोष साबित हो चुके ने, उन्होंने 3 प्रकार की आज़ादी आ। एक बंदा दोषी आ, दोष ਉਹਦੇ ਤੇ केस ਚੱਲਿਆ, केस 'चों दोषी साबित हो गया, ठीक है, ऑफेंस एक्सैप्ट कर लिया उन्हें ਜਾਂ कोर्ट ने चो प्रूव हो गया, उस तो बाद वो सज़ा याफ्ता कैदी बन गया, वो जेल 'ਚ चले गया। कि जेल 'ਚ भी किसी ਨੂੰ आज़ादी ਹੁੰਦੀ है? वैसे कितना अजीब जिहा कंसैप्ट है ना कि जेल 'ਚ आज़ादी ਹੁੰਦੀ नहीं, पर उत्थे भी 3 प्रकार की आज़ादी ਉਹਨੂੰ हैगी आ। ਉਹ 3 प्रकार की आज़ादी ਕਿਹੜੀ ਆ ਉਹਨੂੰ ਹੁਣ ਕਿਸੇ भी ध्यान नाल समझिया नहीं जा। देखो एक गल बड़ी क्लीयर आ, हाँ, सब तो पहला आ पॉइंट थल्ले आना सीगा, इनू कहना सी नंबर 1, इनू कहना नंबर 2, इनू कहना नंबर 3। आ 3 प्रकार की आज़ादी है, बहुत गौर करना। नंबर 1 इनू पैरे नू थल्ले सिटना सीगा, नंबर 2 ते नंबर 3 कल्ली कल्ली आज़ादी पढ़ के दसदा। ये वास्ते फिर अंग्रेजी च किहड़ा लफ्ज़ आ वो भी दसूँगा मैं तुहानूं। किसी भी व्यक्ति को उस समय तक अपराधी नहीं ठहराया जा सकता जदों तक उसने अपराध के समय में लागू किसी कानून की उलंघना ना की होवे। 20(1 पहला 20(1 समझा लो, यदी इंग्लिश बनती है, उपर लिखन लगा, इनू इंग्लिश च याद करना है, ठीक है। XEX पोस्ट फैक्टो, ये एक्स पोस्ट फैक्टो नियम आ। एक्स पोस्ट फैक्टो ਇਹਦਾ ਕੀ मतलब आ, मैं तुहानूं उदाहरण दे के समझाउणा। मान लो एक क्राइम आ, कोई भी एक जुर्म आ, पंजाबी च उहनूं जुर्म कहांगे, उस जुर्म की सज़ा 8 महीने आ, ठीक है।
ਤੇ 25 ਜੁਲਾਈ 2022 ਨੂੰ ਕਾਨੂੰਨ ਪਾਸ ਕਰਕੇ ਉਹਦੀ ਸਜ਼ਾ 12 ਮਹੀਨੇ ਕਰਤੀ ਆ। ਉਸ ਜੁਰਮ ਦੀ ਸਜ਼ਾ ਸਰਕਾਰ ਨੇ 12 ਮਹੀਨੇ ਕਰਤੀ। ਇੱਕ ਬੰਦੇ ਨੇ 25 ਜੁਲਾਈ ਤੋਂ ਪਹਿਲਾਂ 24 ਜੁਲਾਈ ਨੂੰ ਉਹ ਕ੍ਰਾਈਮ ਕੀਤਾ, ਉਹੀ ਜੁਰਮ ਉਹਨੇ 24 ਜੁਲਾਈ ਨੂੰ ਕੀਤਾ, 24 ਜੁਲਾਈ 2022 ਨੂੰ। ਉਦੋਂ ਤੱਕ ਆਲਮੋਸਟ ਉਹ ਕਾਨੂੰਨ ਪਾਸ ਹੋ ਰਿਹਾ ਸੀ ਸੰਸਦ 'ਚ, ਪਰ ਮੋਹਰ ਰਾਸ਼ਟਰਪਤੀ ਨੇ ਲਾਈ 25 ਤਰੀਕ ਨੂੰ। ਰਾਸ਼ਟਰਪਤੀ ਮੋਹਰ ਵੀ ਲਾ ਦੇ ਭਾਵੇਂ, ਉਸ ਤੋਂ ਬਾਅਦ ਉਹ ਸਰਕਾਰੀ ਦਸਤਾਵੇਜ਼ ਬਣਦਾ ਹੈ, ਗਜ਼ਟ ਬਣਦਾ ਹੈ, ਗਜ਼ਟ। ਜਦੋਂ ਤੱਕ ਉਹ ਗਜ਼ਟ 'ਚ ਛਪਿਆ ਨਹੀਂ ਉਦੋਂ ਤੱਕ ਉਹ ਲਾਗੂ ਨਹੀਂ ਹੋਇਆ। ਲਾਗੂ ਹੋਣ ਤੋਂ ਭਾਵੇਂ ਇੱਕ ਦਿਨ ਪਹਿਲਾਂ ਤੱਕ ਇੱਕ ਬੰਦੇ ਨੇ ਉਹ ਕ੍ਰਾਈਮ ਕੀਤਾ ਹੈ ਤਾਂ ਉਹਨੂੰ ਨਵੀਂ ਸਜ਼ਾ ਨਹੀਂ ਮਿਲੂਗੀ। ਉਹ ਉਸੇ ਸਜ਼ਾ ਦਾ ਹੱਕਦਾਰ ਆ ਜਿਹੜੀ ਉਸ ਦਿਨ ਤੱਕ ਲਾਗੂ ਆ ਜਿਸ ਦਿਨ ਉਹਨੇ ਕ੍ਰਾਈਮ ਕੀਤਾ ਹੈ। ਪੜ੍ਹੋ, ਕਹਿੰਦਾ ਅਪਰਾਧ ਦੇ ਦੋਸ਼ ਸੰਬੰਧੀ ਸੁਰੱਖਿਆ ਮੁਹੱਈਆ ਕੀਤੀ ਗਈ। ਇਹ ਹਾਂ, ਕਿਸੇ ਵੀ ਵਿਅਕਤੀ ਨੂੰ ਉਸ ਸਮੇਂ ਤੱਕ ਅਪਰਾਧੀ ਨਹੀਂ ਠਹਿਰਾਇਆ ਜਾ ਸਕਦਾ ਜਦੋਂ ਤੱਕ ਉਸਨੇ ਅਪਰਾਧ ਦੇ ਸਮੇਂ ਵਿੱਚ ਲਾਗੂ ਕਾਨੂੰਨ ਦੀ ਉਲੰਘਣਾ ਨਾ ਕੀਤੀ ਹੋਵੇ। ਮੰਨ ਲਓ ਉਦਾਹਰਨ ਦੇ ਤੌਰ ਤੇ 25 ਜੁਲਾਈ ਤੋਂ ਪਹਿਲਾਂ ਇਹਦੀ ਸਜ਼ਾ ਹੋਵੇ 0 ਮਹੀਨੇ, ਸਜ਼ਾ ਹੀ ਨਾ ਹੋਵੇ। ਹੁਣ ਜਦੋਂ ਇਹਨੇ ਕਾਨੂੰਨ ਅਪਰਾਧ ਕੀਤਾ ਉਸ ਟਾਈਮ ਤੱਕ ਤਾਂ ਇਹ ਅਪਰਾਧ ਦੀ ਕੈਟੇਗਰੀ 'ਚ ਵੀ ਸ਼ਾਮਲ ਨਹੀਂ ਸੀਗਾ, ਫਿਰ ਇਹਨੂੰ ਸਜ਼ਾ ਕਾਹਦੀ? ਹਾਂ, ਜਿੱਦਣ ਉਹ ਅਪਰਾਧ ਬਣ ਗਈ ਉਹ ਚੀਜ਼, ਉਸ ਤੋਂ ਅਗਲੇ ਦਿਨ ਕ੍ਰਾਈਮ ਕਰਤਾ ਤੇ ਉਹ ਸਜ਼ਾ ਦਾ ਹੱਕਦਾਰ ਹੈਗਾ। ਸੋ ਇਹ ਹੁੰਦਾ ਹੈ ਐਕਸ ਪੋਸਟ ਫੈਕਟੋ, ਕਿ ਕਿਸੇ ਨੂੰ ਵੀ ਨਵੇਂ ਬਣਾਏ ਕਾਨੂੰਨ ਦੇ ਤਹਿਤ ਪੁਰਾਣੇ ਕਿਤੇ ਜੁਰਮ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਜਿਸ ਦਿਨ ਜੁਰਮ ਕੀਤਾ ਹੈ ਜੇ ਉਸ ਦਿਨ ਉਹ ਕਾਨੂੰਨ ਹੈਗਾ ਹੈ ਤਾਂ ਸਜ਼ਾ ਮਿਲੂਗੀ, ਨਹੀਂ ਤਾਂ ਨਹੀਂ ਮਿਲਦੀ। ਦੂਜਾ, ਕਿਸੇ ਵੀ ਵਿਅਕਤੀ ਨੂੰ ਇੱਕ ਅਪਰਾਧ 'ਚ ਇੱਕ ਤੋਂ ਵੱਧ ਵਾਰ ਮੁਕੱਦਮਾ ਉਹਦੇ 'ਤੇ ਨਹੀਂ ਚਲਾਇਆ ਜਾ ਸਕਦਾ। 20(2) ਬੜਾ ਐਗਜ਼ਾਮਪਲ, ਇੱਕ ਬੰਦੇ ਦੇ ਖਿਲਾਫ ਕੇਸ ਸੀਗਾ, ਠੀਕ ਆ, ਉਹਨੂੰ ਮੌਤ ਦੀ ਸਜ਼ਾ ਮਿਲ ਗਈ। ਉਹ ਵਿਚਾਰਾ ਰਾਸ਼ਟਰਪਤੀ ਕੋਲ ਆਪਣੀਆਂ ਦਰਖਾਸਤਾਂ ਪਾਉਂਦਾ ਰਿਹਾ। ਰਾਸ਼ਟਰਪਤੀ ਨੇ ਉਹਦੀਆਂ ਦਰਖਾਸਤ ਦਾ ਜਵਾਬ ਹੀ ਨਹੀਂ ਦਿੱਤਾ। ਇੱਕ ਹੀ ਦਰਖਾਸਤ ਪਾਈ, ਜ਼ਿਆਦਾ ਵਾਰ ਕਹਿਤਾ ਮੈਂ, ਜਵਾਬ ਹੀ ਨਹੀਂ ਆਇਆ। ਰਾਸ਼ਟਰਪਤੀ ਕੋਲ ਤੁਹਾਡੀ ਮੌਤ ਦੀ ਜਿਹੜੀ ਸਜ਼ਾ ਹੈ ਉਹਦੀ ਦਰਖਾਸਤ ਦਾ ਲੰਮੇ ਚਿਰ ਲਟਕਦੇ ਰਹਿਣਾ ਆਪਣੇ ਆਪ 'ਚ ਇੱਕ ਮੌਤ ਹੀ ਹੈ, ਉਹ ਵੀ ਇੱਕ ਹਿਸਾਬ ਦੀ। ਉਹਦੇ ਵਕੀਲਾਂ ਨੇ ਸੁਪਰੀਮ ਕੋਰਟ 'ਚ ਇੱਕ ਕੇਸ ਪਾਤਾ ਕਿ ਰਾਸ਼ਟਰਪਤੀ ਦੁਆਰਾ ਜਵਾਬ ਨਾ ਦੇਣਾ ਵੀ ਉਹਨੂੰ ਮਰਨ ਦੇ ਬਰਾਬਰ ਕਰ ਗਿਆ। ਕੋਰਟ ਕਹਿੰਦੀ ਸਾਨੂੰ ਵੀ ਐਵੇਂ ਲੱਗਦਾ ਹੈ। ਨਾਲ ਦੀ ਨਾਲ ਉਹਦੇ ਵਕੀਲਾਂ ਨੇ ਗੱਲ ਚੱਕ ਲਈ, ਫਿਰ ਇਹਦੀ ਤਾਂ ਦੋਹਰੀ ਮੌਤ ਹੋ ਗਈ। ਇੱਕ ਵਾਰ ਇਹਨੂੰ ਅਦਾਲਤਾਂ ਨੇ ਮਾਰਤਾ, ਰਾਸ਼ਟਰਪਤੀ ਦੇ ਲਮਕੇ ਹੋਏ ਫੈਸਲੇ ਨੇ ਮਾਰਤਾ, ਇੱਕ ਸਜ਼ਾ ਤੁਸੀਂ ਦੇ ਰੱਖੀ ਹੈ ਮੌਤ ਦੀ। ਜਿੱਦਣ ਇਹ ਫਾਂਸੀ ਚੜ੍ਹ ਗਿਆ ਇਹ ਤਾਂ ਦੋਹਰੀ ਮੌਤ ਮਰੂਗਾ। ਇੱਕ ਮੌਤ ਰੋਜ਼ ਮਰ ਕੇ ਮਰ ਰਿਹਾ, ਜਿਹਨੂੰ ਤੁਸੀਂ ਵੀ ਕਹਿਤਾ ਕਿ ਹਾਂ ਯਾਰ ਇਹ ਤਾਂ ਮਰਨ ਦੇ ਬਰਾਬਰ ਆ, ਪਰ ਤੁਹਾਡਾ ਕਾਨੂੰਨ 20(2) ਕਹਿੰਦਾ ਹੈ ਕਿ ਦੋਹਰੀ ਮੌਤ ਨਹੀਂ ਦੇ ਸਕਦੇ। ਡਬਲ ਜਿਓਪਾਰਡੀ ਦਾ ਮਤਲਬ ਆ ਦੋਹਰੀ ਮੌਤ। ਤਾਂ ਤੁਸੀਂ ਆਪਣੀ ਗੱਲਾਂ 'ਚ ਫਸ ਗਏ। ਤਾਂ ਸੁਪਰੀਮ ਕੋਰਟ ਨੇ ਕਿਹਾ ਠੀਕ ਆ, ਜਿਹੜੀ ਰਾਸ਼ਟਰਪਤੀ ਦੇ ਫੈਸਲੇ ਲਮਕਣ ਕਰਕੇ ਇੱਕ ਮੌਤ ਹੋਈ ਆ ਉਹ ਤਾਂ ਨਹੀਂ ਵਾਪਸ ਆ ਸਕਦੀ, ਪਰ ਫਾਂਸੀ ਰੋਕ ਕੇ ਅਸੀਂ ਦੋਹਰੀ ਮੌਤ ਤਾਂ ਬਚਾ ਸਕਦੇ ਹਾਂ। ਉਹਦੀ ਫਾਂਸੀ ਕੈਂਸਲ ਹੋ ਗਈ। ਪੰਜਾਬ ਦੇ ਹੀ ਇੱਕ ਬੰਦੀ ਸਿੰਘ ਦੀ ਕਹਾਣੀ ਆ ਇਹ। ਸੋ ਐਵੇਂ ਦੀਆਂ ਗੱਲਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਤੀਜਾ ਕੇਸ, ਕਿਸੇ ਵੀ ਵਿਅਕਤੀ ਨੂੰ ਆਪਣੇ ਖਿਲਾਫ ਹੀ ਗਵਾਹੀ ਵਾਸਤੇ ਮਜਬੂਰ ਨਹੀਂ ਕੀਤਾ ਜਾ ਸਕਦਾ। ਕੋਰਟ 'ਚ ਕਹਿ ਕੇ ਜਾ ਕੇ ਜੇ ਇੱਕ ਬੰਦਾ ਆਪਣੇ ਖਿਲਾਫ ਗਵਾਹੀ ਦੇ ਦੇ, ਠੀਕ ਆ, ਉਹਨੂੰ ਕਹਿੰਦੇ ਆਪਣੇ ਖਿਲਾਫ ਗਵਾਹੀ ਦੇਣਾ, ਸੈਲਫ ਇਨਕ੍ਰਿਮੀਨੇਸ਼ਨ, ਠੀਕ ਆ, ਮਤਲਬ ਆਪਣੇ ਖਿਲਾਫ ਹੀ ਗਵਾਹੀ ਦੇ ਦੇਣਾ। ਆਪਣੇ ਖਿਲਾਫ ਕਿਸੇ ਬੰਦੇ ਦੀ ਗਵਾਹੀ ਮੰਨੀ ਨਹੀਂ ਜਾਊਗੀ। ਹਾਂ, ਉਹਨੂੰ ਜੇ ਮਨਾਉਣਾ ਹੈ ਉਹਨੂੰ ਕਹਿ ਕਿ ਸਬੂਤ ਲਿਆ ਕਿ ਅਸੀਂ ਤੇਰੇ ਖਿਲਾਫ ਕੇਸ ਬਣਾ ਸਕੀਏ, ਪਰ ਤੇਰੀ ਗਵਾਹੀ ਨਹੀਂ ਚੱਲਣੀ। ਉਸ ਚੀਜ਼ ਨੂੰ ਅਸੀਂ ਕਿਸੇ ਬੰਦੇ ਨੂੰ ਮਜਬੂਰ ਨਹੀਂ ਕਰ ਸਕਦੇ, ਪਰ ਕਈ ਜਗ੍ਹਾ 'ਤੇ ਕੋਰਟ ਦੇ ਵਿੱਚ ਇਹ ਚੀਜ਼ਾਂ ਨੂੰ ਐਵੇਂ ਕੰਸੀਡਰ ਕੀਤਾ ਗਿਆ ਹੈ, ਠੀਕ ਆ। ਜਿਵੇਂ ਇੱਕ ਬੰਦੀ ਸਿੰਘ ਦੀ ਕੇਸ 'ਚ ਉਹਦੇ ਆਪਣੇ ਬਿਆਨਾਂ ਨੂੰ ਆਧਾਰ ਮੰਨ ਕੇ ਹੀ ਉਹਨੂੰ ਮੌਤ ਦੀ ਸਜ਼ਾ ਜਿਹੜੀ ਸੀ ਉਹ ਸੁਣਾ ਦਿੱਤੀ ਗਈ ਸੀ। ਸੋ ਅਸਲ ਦੇ ਵਿੱਚ ਕਈ ਜਗ੍ਹਾ 'ਤੇ ਇਹ ਸਿੱਧੀ ਚੀਜ਼ ਲੱਗਦੀ ਹੈ, ਕਈ ਜਗ੍ਹਾ 'ਤੇ ਨਹੀਂ ਲੱਗਦੀ। ਸੈਲਫ ਇਨਕ੍ਰਿਮੀਨੇਸ਼ਨ, ਡਬਲ ਜਿਓਪਾਰਡੀ ਦੋਹਰੀ ਸਜ਼ਾ, ਤਾਂ ਬੈਕ ਡੇਟ ਦੇ ਵਿੱਚ ਜਾ ਕੇ ਸਜ਼ਾ ਦੇਣ ਦਾ ਪ੍ਰਾਵਧਾਨ। ਆ ਤਿੰਨ ਚੀਜ਼ਾਂ ਤੋਂ ਬੰਦੇ ਨੂੰ ਕਿੰਨੀ ਆਜ਼ਾਦੀ ਮਿਲ ਗਈ, ਕਿੰਨੇ ਲੋਕ ਇਹਦੇ ਕਰਕੇ ਬਚ ਜਾਂਦੇ ਆ। ਆਜ਼ਾਦੀ ਦੀ ਫੀਲਿੰਗ ਆਈ ਕਿ ਨਹੀਂ? ਸੋ ਆਰਟੀਕਲ 20 ਅਨੁਛੇਦ 20 ਕਿਸ ਪ੍ਰਕਾਰ ਦੀ ਆਜ਼ਾਦੀ ਦੀ ਗੱਲ ਕਰਦਾ ਹੈ? ਮੌਤ ਤੋਂ ਬਚਣ ਦੀ ਆਜ਼ਾਦੀ, ਜੇਲ੍ਹ ਚੋਂ ਬਚਣ ਦੀ ਆਜ਼ਾਦੀ, ਕਿ ਤੁਸੀਂ ਬਚ ਸਕਦੇ ਹੋ ਜੇ ਆਹ ਤਿੰਨ ਚੀਜ਼ਾਂ ਤੁਹਾਡੇ ਫੇਵਰ 'ਚ ਨੇ, ਠੀਕ ਆ, ਜਿਹਨੂੰ ਅਸੀਂ ਕਹਿੰਦੇ ਆ ਐਕਸ ਪੋਸਟ ਫੈਕਟੋ ਅਧੀਨ ਕਾਨੂੰਨ। ਦੂਜਾ ਡਬਲ ਜਿਓਪਾਰਡੀ, ਤੀਜਾ ਸੈਲਫ ਇਨਕ੍ਰਿਮੀਨੇਸ਼ਨ। ਇਹ ਤਿੰਨੇ ਚੀਜ਼ਾਂ ਦੇ ਅੱਗੇ ਨੋ ਲਾ ਦਿਓ ਕਿ ਇਹ ਤਿੰਨੇ ਚੀਜ਼ਾਂ ਨਹੀਂ ਹੋ ਸਕਦੀਆਂ। ਇਹੀ ਤੁਹਾਨੂੰ ਸਭ ਤੋਂ ਵੱਡੀ ਆਜ਼ਾਦੀ ਆ। ਆਰਟੀਕਲ 20 ਦੇ ਤਹਿਤ ਆਜ਼ਾਦੀ ਕਿਹਨਾਂ ਨੂੰ ਆ? ਅਫੈਂਡਰਸ, ਜਿਹੜੇ ਲੋਕ ਦੋਸ਼ੀ ਸਾਬਤ ਹੋ ਚੁੱਕੇ ਹਨ। ਹਜੇ ਕ੍ਰਾਈਮ ਕਰਕੇ ਇਹ ਨਹੀਂ ਕਿ ਉਹਨਾਂ 'ਤੇ ਕੇਸ ਚੱਲਣਾ ਹੈ, ਨਹੀਂ,
ਦੋਸ਼ੀ ਵੀ ਸਾਬਤ ਹੋ ਚੁੱਕੇ ਆ, ਉਸ ਤੋਂ ਬਾਅਦ ਇਹ ਕਨਵਿਕਟ ਹੋ ਚੁੱਕੇ ਆ, ਦੋਸ਼ੀ ਸਾਬਤ ਹੋ ਚੁੱਕੇ ਆ, ਉਹਨਾਂ ਨੂੰ ਆਰਟੀਕਲ 20 ਦੇ ਤਹਿਤ, ਅਨੁਛੇਦ 20 ਦੇ ਤਹਿਤ ਆਜ਼ਾਦੀ ਆ। ਇੰਗਲਿਸ਼ 'ਚ ਮੈਂ ਲਿਖਾਤੇ ਤਿੰਨੇ ਸ਼ਬਦ, ਠੀਕ ਆ। ਉਮੀਦ ਕਰਦਾ ਐਕਸ ਪੋਸਟ ਫੈਕਟੋ, ਦੂਜਾ ਡਬਲ ਜਿਓਪਾਰਡੀ GEOPARDY, ਤੀਜਾ ਸੈਲਫ ਇਨਕ੍ਰਿਮੀਨੇਸ਼ਨ, ਆਪਣੇ ਖਿਲਾਫ ਗਵਾਹੀ। ਸੋ ਉਮੀਦ ਕਰਦਾ ਕਿ ਆਰਟੀਕਲ 20 ਵਾਲੀ ਆਜ਼ਾਦੀ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ, ਬਹੁਤ ਚੰਗੀ ਤਰ੍ਹਾਂ। ਗੱਲ ਅਨੁਛੇਦ 21 ਦੀ ਕਰਦੇ ਹਾਂ। ਆਰਟੀਕਲ 21 ਅਨੁਛੇਦ 21 ਕਹਿੰਦਾ ਹੈ ਕਿ ਹਰ ਬੰਦੇ ਨੂੰ ਜੀਣ ਦੀ ਆਜ਼ਾਦੀ ਆ, ਜੀਵਨ 'ਚ ਰਹਿਣ ਦੀ ਆਜ਼ਾਦੀ ਆ। ਹੁਣ ਆਰਟੀਕਲ 21 ਦੀ ਆਜ਼ਾਦੀ ਆਪਣੇ ਆਪ 'ਚ ਇੱਕ ਬਹੁਤ ਮਹੱਤਵਪੂਰਨ ਆਜ਼ਾਦੀ ਆ। ਕਿਵੇਂ ਭਲਾ? ਦੇਖੋ, ਆਮ ਬੰਦਾ ਕਹਿੰਦਾ ਆਰਟੀਕਲ 21 ਤਾਂ ਬਹੁਤ ਸੌਖਾ ਹੈ ਕਿ ਕੋਈ ਵੀ ਬੰਦੇ ਨੂੰ, ਠੀਕ ਆ, ਬਿਨਾਂ ਕਾਨੂੰਨ ਦੇ, ਬਿਨਾਂ ਕਿਸੇ ਕਾਨੂੰਨ ਤੋਂ ਬੰਦੀ ਬਣਾ ਕੇ ਨਹੀਂ ਰੱਖਿਆ ਜਾ ਸਕਦਾ, ਬਿਨਾਂ ਕਿਸੇ ਕਾਨੂੰਨ ਤੋਂ ਬੰਦੇ ਦੀ ਆਜ਼ਾਦੀ ਨਹੀਂ ਖੋਈ ਜਾ ਸਕਦੀ। ਇਹ ਆਰਟੀਕਲ 21 ਆ। ਧਿਆਨ ਨਾਲ ਸਮਝਿਓ ਕਿ ਕਾਨੂੰਨ ਦੁਆਰਾ ਸਥਾਪਿਤ ਕਿਰਿਆ ਨੂੰ ਛੱਡ ਕੇ ਕਿਸੇ ਵੀ ਹੋਰ ਤਰੀਕੇ ਨਾਲ ਵਿਅਕਤੀ ਨੂੰ ਉਸਦੇ ਜੀਵਨ ਜਾਂ ਨਿੱਜੀ ਸੁਤੰਤਰਤਾ ਤੋਂ ਵੰਚਿਤ ਨਹੀਂ ਕੀਤਾ ਜਾਵੇਗਾ। ਇਹਦਾ ਕੀ ਮਤਲਬ ਆ? ਇੰਗਲਿਸ਼ ਇਹਦੀ ਬਣਦੀ ਆ, ਨੋ ਪਰਸਨ ਸ਼ੈਲ ਬੀ ਡਿਨਾਈਡ ਆਫ ਹਿਜ਼ ਪਰਸਨਲ ਔਰ ਸਿਵਲ ਲਿਬਰਟੀ ਐਕਸੈਪਟ ਬਾਈ ਲਾਅ। ਕਿਸੇ ਕਾਨੂੰਨ ਤੋਂ ਬਿਨਾਂ। ਹੁਣ ਤੁਸੀਂ ਕਹੋਗੇ ਇਸ ਲੈਣ ਦਾ ਯਾਰ ਕੋਈ ਮਤਲਬ ਤਾਂ ਸਮਝਿਆ ਨਹੀਂ, ਇਹ ਕੀ ਸੰਵਿਧਾਨਕ ਜੀ ਭਾਸ਼ਾ ਹੈ, ਇਹਦੀ ਪੰਜਾਬੀ ਸਧਾਰਨ ਜੀ ਭਾਸ਼ਾ 'ਚ ਦੱਸੋ ਕੀ ਮਤਲਬ ਆ। ਮੰਨ ਲਓ ਇੱਕ ਬੰਦੇ ਨੇ ਕੁਛ ਨਹੀਂ ਕੀਤਾ, ਤੁਸੀਂ ਉਹਦੀ ਆਜ਼ਾਦੀ ਨਹੀਂ ਖੋ ਸਕਦੇ, ਉਹ ਖੁੱਲੀ ਹਵਾ 'ਚ ਹੱਕਦਾਰ ਆ। ਉਹਨੇ ਕ੍ਰਾਈਮ ਕਰਤਾ, ਤੁਸੀਂ ਉਹਨੂੰ ਹੱਥ ਕੜੀ ਲਾ ਕੇ ਜੇਲ੍ਹ 'ਚ ਲੈ ਗਏ, ਆਜ਼ਾਦੀ ਖੋਲੀ ਉਹਦੀ। ਤੁਸੀਂ ਕਿਵੇਂ ਆਜ਼ਾਦੀ ਖੋਈ? ਵਾਰੰਟ ਲੈ ਕੇ ਆਏ, ਉਹਨੂੰ ਕਿਹਾ ਕਿ ਤੈਨੂੰ ਜੇਲ੍ਹ 'ਚ ਲੈ ਕੇ ਜਾਣਾ ਹੈ, ਉਹ ਕਹਿੰਦਾ ਲੈ ਜਾਓ ਕਿਉਂਕਿ ਤੁਹਾਡੇ ਕੋਲ ਕਾਨੂੰਨ ਆ। ਤੁਸੀਂ ਕਾਨੂੰਨੀ ਕਿਰਿਆ ਨਾਲ, ਬਾਈ ਲਾਅ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਸ ਬੰਦੇ ਦੀ ਆਜ਼ਾਦੀ ਖੋ ਸਕਦੇ ਹੋ। ਕਹਿੰਦਾ ਕਾਨੂੰਨੀ ਕਿਰਿਆ ਨੂੰ ਛੱਡ ਕੇ ਹੋਰ ਕਿਸੇ ਵੀ ਤਰੀਕੇ ਨਾਲ, ਕਿਉਂਕਿ ਇੱਥੇ ਕਾਨੂੰਨ ਦੀ ਕਿਰਿਆ ਕਹਿੰਦੀ ਆ, ਲਾਅ ਕਹਿੰਦਾ ਹੈ ਕਿ ਤੇਰੀ ਆਜ਼ਾਦੀ ਖੋਈ ਜਾਊਗੀ ਕਿਉਂਕਿ ਤੂੰ ਬੰਦਾ ਮਾਰਿਆ ਹੈ, ਤੂੰ ਸਮਾਜ ਲਈ ਖਤਰਨਾਕ ਆ। ਇਸ ਤੋਂ ਬਿਨਾਂ ਕਿਸੇ ਵੀ ਹੋਰ ਤਰੀਕੇ ਨਾਲ ਆਜ਼ਾਦੀ ਨਹੀਂ ਖੋਈ ਜਾ ਸਕਦੀ। ਇਹ ਗੱਲ ਅਨੁਛੇਦ 21 ਯਾਨੀ ਕਿ ਆਰਟੀਕਲ 21 'ਚ ਸਪਸ਼ਟ ਤੌਰ 'ਤੇ ਗਈ ਹੈ। ਮੇਨਕਾ ਗਾਂਧੀ ਨੇ ਇੰਡੀਆ ਤੋਂ ਬਾਹਰ ਜਾਣਾ ਸੀ, ਉਹਦਾ ਪਾਸਪੋਰਟ ਸਰਕਾਰ ਨੇ ਜ਼ਬਤ ਕਰ ਲਿਆ। ਉਹਨੇ ਫਿਰ ਕੋਰਟ ਦੇ ਵਿੱਚ ਕੇਸ ਕਰਤਾ ਕਿ ਮੇਰੀ ਬਾਹਰ ਜਾਣ ਦੀ ਆਜ਼ਾਦੀ ਖੋਈ ਗਈ ਹੈ। ਉਹਦਾ ਸੁਪਰੀਮ ਕੋਰਟ ਨੇ ਪਾਸਪੋਰਟ ਵਾਪਸ ਕਰਕੇ ਕਿਹਾ ਕਿ ਬਾਹਰ ਜਾਣ ਦੀ ਆਜ਼ਾਦੀ ਆਰਟੀਕਲ 19 ਦੇ ਅੰਡਰ ਨਹੀਂ ਆਉਂਦੀ। ਤੁਹਾਨੂੰ ਭੁੱਲ ਗਏ ਆਰਟੀਕਲ 19 ਦੇ ਅੰਡਰ ਕੀ ਕਿਹਾ ਗਿਆ ਹੈ ਕਿ ਦੇਸ਼ ਦੇ ਅੰਦਰ ਕਿਤੇ ਵੀ ਘੁੰਮ ਸਕਦੇ ਹੋ। ਕਹਿੰਦੇ ਦੇਸ਼ ਤੋਂ ਬਾਹਰ ਜਾਣਾ ਆਰਟੀਕਲ 19 ਦੇ ਦਾਇਰੇ 'ਚ ਨਹੀਂ ਆਉਂਦਾ। ਦੇਸ਼ ਤੋਂ ਬਾਹਰ ਜਾ ਕੇ ਘੁੰਮਣਾ ਤੁਹਾਡਾ ਜੀਵਨ ਦੇ ਹੱਕ ਦੇ ਅੰਦਰ ਆਉਂਦਾ, 21 ਦੇ ਅੰਦਰ। ਇਸ ਕਰਕੇ ਦੇਸ਼ ਤੋਂ ਬਾਹਰ ਜਾਣਾ ਬਹੁਤ ਵੱਡਾ ਹੱਕ ਆ। ਰਾਈਟ ਟੂ ਮੂਵ ਵਿਦ ਇਨ ਇੰਡੀਆ ਆਰਟੀਕਲ 19, ਦੇਸ਼ ਦੇ ਅੰਦਰ ਘੁੰਮਣਾ ਆਰਟੀਕਲ 19, ਦੇਸ਼ ਤੋਂ ਬਾਹਰ ਜਾ ਕੇ ਘੁੰਮਣਾ ਆਰਟੀਕਲ 21। ਤੇ ਤੁਹਾਨੂੰ ਵੀ ਪਤਾ ਹੈ ਕਿ ਆਜ਼ਾਦੀ ਤਾਂ 19 ਵਾਲੀ ਫਿਰ ਵੀ ਖੋਹ ਲੈਂਦੀ ਹੈ ਸਰਕਾਰ, ਜੀਣ ਦਾ ਹੱਕ ਨਹੀਂ ਖੋਹਦੀ। ਇਸ ਕਰਕੇ ਦੇਸ਼ ਤੋਂ ਬਾਹਰ ਜਾਣਾ ਆਰਟੀਕਲ 21 'ਚ ਮੰਨਿਆ ਸੁਪਰੀਮ ਕੋਰਟ ਨੇ। ਤੇ ਤੁਹਾਨੂੰ ਮੈਂ ਦੱਸਦਾ, ਸੁਪਰੀਮ ਕੋਰਟ ਨੇ ਤੁਹਾਡੀ ਜਿਹੜੀ ਪ੍ਰਾਈਵੇਸੀ ਆ, ਨਿੱਜਤਾ ਦਾ ਅਧਿਕਾਰ ਆ, ਪੁੱਟੂ ਸਵਾਮੀ ਕੇਸ 'ਚ ਉਹਨੂੰ ਵੀ ਆਰਟੀਕਲ 21 'ਚ ਮੰਨਿਆ। 1990 'ਚ ਮੈਨੂੰ ਕੇਸ ਦਾ ਨਾਮ ਭੁੱਲ ਗਿਆ, ਸੁਪਰੀਮ ਕੋਰਟ ਨੇ ਵਿੱਦਿਆ ਦੇ ਅਧਿਕਾਰ ਨੂੰ ਵੀ, ਰਾਈਟ ਟੂ ਐਜੂਕੇਸ਼ਨ, ਸਿੱਖਿਆ ਦੇ ਅਧਿਕਾਰ ਨੂੰ ਵੀ ਆਰਟੀਕਲ 21 'ਚ ਮੰਨਿਆ ਸੀ ਕਿ ਇਹ ਵੀ ਜੀਣ ਦੇ ਬਰਾਬਰ ਆ, ਜੇ ਵਿੱਦਿਆ ਨਹੀਂ ਤਾਂ ਜੀਓਗੇ ਕੀ। ਸੋ ਸੁਪਰੀਮ ਕੋਰਟ ਨੇ ਇੱਕ ਗੱਲ ਹੋਰ ਦੱਸਦਾ, ਮਰਨ ਦੇ ਅਧਿਕਾਰ ਨੂੰ ਵੀ ਗਿਆਨ ਕੌਰ ਦੇ ਕੇਸ 'ਚ ਸੀਗਾ ਜਿਹੜਾ, ਉਹ ਜੀਣ ਦੇ ਅਧਿਕਾਰ 'ਚ ਮੰਨਿਆ ਸੀਗਾ ਕਿ ਇਹ ਵੀ ਮਰਨਾ ਵੀ ਜੀਣ ਦਾ ਅਧਿਕਾਰ ਹੀ ਆ, ਜੇ ਨਹੀਂ ਮਰਨਾ ਜੀਣਾ ਤਾਂ ਮਰ ਜਾਓ, ਇਹ ਵੀ ਜੀਣ ਦੇ ਅਧਿਕਾਰ 'ਚ। ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਆ, ਮਰਨ ਦੇ ਅਧਿਕਾਰ ਨੂੰ ਵੀ ਜੀਣ ਦਾ ਅਧਿਕਾਰ ਮੰਨ ਲਿਆ ਸੁਪਰੀਮ ਕੋਰਟ ਨੇ। ਸੁਪਰੀਮ ਕੋਰਟ ਦੀਆਂ ਇਹਨਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ 2002 'ਚ 86ਵੀਂ 86th ਕੌਂਸਟੀਟਿਊਸ਼ਨਲ ਅਮੈਂਡਮੈਂਟ ਕਰਕੇ ਕੀ ਕੀਤਾ, ਆਰਟੀਕਲ 21 ਦੇ ਥੱਲੇ ਵਿੱਦਿਆ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ ਨੂੰ ਨਾਲ ਹੀ ਚਿਪਕੇਤਾ। ਕਿਉਂਕਿ ਸੁਪਰੀਮ ਕੋਰਟ ਪਹਿਲਾਂ ਹੀ ਇੱਕ ਕੇਸ ਦੇ ਵਿੱਚ ਕਹਿ ਚੁੱਕਿਆ ਸੀਗਾ, ਜਿਹਦਾ ਕਿ ਮੈਂ ਨਾਮ ਭੁੱਲ ਰਿਹਾ, ਕਿ ਰਾਈਟ ਟੂ ਐਜੂਕੇਸ਼ਨ ਇਜ਼ ਅ ਫੰਡਾਮੈਂਟਲ ਰਾਈਟ। ਸੋ ਇਹਨਾਂ ਨੇ ਆਪ ਹੀ ਲਿਖਤਾ ਬਾਅਦ 'ਚ। ਤੇ ਸੰਵਿਧਾਨ 'ਚ ਕੋਈ ਵੀ ਚੀਜ਼ ਐਡ ਕਰਨੀ ਹੋਵੇ ਕਿਸੇ ਨਾ ਕਿਸੇ ਅਮੈਂਡਮੈਂਟ ਨਾਲ ਹੁੰਦੀ ਆ। ਇਹ 86th ਕੌਂਸਟੀਟਿਊਸ਼ਨਲ ਅਮੈਂਡਮੈਂਟ ਸੀ ਜਿਹਦੇ ਨਾਲ ਇਹਨੂੰ ਬਾਅਦ 'ਚ ਐਡ ਕੀਤਾ ਗਿਆ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ। ਸੁਪਰੀਮ ਕੋਰਟ ਤਾਂ ਪ੍ਰਾਈਵੇਸੀ ਨੂੰ ਵੀ ਫੰਡਾਮੈਂਟ 21 ਆਰਟੀਕਲ ਦੇ ਅੰਡਰ ਕਹਿ ਚੁੱਕਿਆ। ਕੀ ਪਤਾ ਕੱਲ੍ਹ ਨੂੰ 21B
ਵੱਖਰੇ ਤੌਰ ਤੇ ਸਰਕਾਰ ਪ੍ਰਾਈਵੇਸੀ ਦਾ ਰਾਈਟ ਵੱਖਰਾ ਬਣਾ ਦੇ ਸੁਪਰੀਮ ਕੋਰਟ ਦੇ ਪੁੱਟੂ ਸਵਾਮੀ ਕੇਸ ਤੋਂ ਪ੍ਰਭਾਵਿਤ ਹੋ ਕੇ। ਮੈਂ ਨਾਲ ਕੇਸਾਂ ਦਾ ਜ਼ਿਕਰ ਤਾਂ ਕਰ ਰਿਹਾ ਕਿਉਂਕਿ ਅੱਜ ਕੱਲ੍ਹ ਦੇ ਪੇਪਰਾਂ 'ਚ ਸਵਾਲ ਆ ਜਾਂਦਾ ਹੈ ਕਿ ਨਿੱਜਤਾ ਦਾ ਅਧਿਕਾਰ ਰਾਈਟ ਟੂ ਪ੍ਰਾਈਵੇਸੀ ਕਿਹੜੇ ਐਕਟ ਦੇ ਤਹਿਤ, ਕਿਹੜੇ ਸੁਪਰੀਮ ਕੋਰਟ ਦੇ ਫੈਸਲੇ 'ਚ ਇਹਨੂੰ ਫੰਡਾਮੈਂਟਲ ਰਾਈਟ ਮੰਨਿਆ ਗਿਆ ਹੈ। ਉਮੀਦ ਕਰਦਾ ਕਿ ਇਹ ਕਹਾਣੀ ਸਾਰੀ ਸਮਝ ਆ ਗਈ ਹੋਊਗੀ। ਆਰਟੀਕਲ 21 ਜਿਹੜਾ ਇਹਦਾ ਆਜ਼ਾਦੀ ਨਾਲ ਕੀ ਸੰਬੰਧ ਆ? ਜੀਣ ਦਾ ਅਧਿਕਾਰ ਯਾਰ, ਵਿੱਦਿਆ ਦਾ ਅਧਿਕਾਰ, ਇਸ ਤੋਂ ਤਗੜੀ ਆਜ਼ਾਦੀ ਕੀ ਹੋ ਸਕਦੀ ਹੈ। ਸੋ ਉਮੀਦ ਕਰਦਾ ਕਿ ਆਰਟੀਕਲ 19 ਨੂੰ ਸਮਝਣ ਤੋਂ ਬਾਅਦ, 19 ਦੇ ਵਿੱਚ 6 ਪ੍ਰਕਾਰ ਦੀ ਫਰੀਡਮ ਨੂੰ ਸਮਝਣ ਤੋਂ ਬਾਅਦ, ਫਿਰ 20 ਦੇ ਵਿੱਚ ਜਿਹੜੇ ਲੋਕ ਦੋਸ਼ੀ ਸਾਬਤ ਹੋ ਚੁੱਕੇ ਆ ਵਿਚਾਰੇ, ਉਹਨਾਂ ਦੇ ਹੱਕਾਂ ਨੂੰ ਸਮਝਣ ਤੋਂ ਬਾਅਦ ਤੁਸੀਂ ਆਮ ਬੰਦੇ ਦੀ ਜੀਣ ਦੇ ਹੱਕ ਨੂੰ ਵੀ ਸਮਝ ਚੁੱਕੇ ਹੋ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਰਟੀਕਲ 22। ਇਹ ਉਹਨਾਂ ਲੋਕਾਂ ਨੂੰ ਅਧਿਕਾਰ ਦਿੰਦਾ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਜਿਹੜੇ ਲੋਕ ਗ੍ਰਿਫਤਾਰ ਕੀਤੇ ਜਾ ਰਹੇ ਨੇ ਜਾਂ ਨਿਵਾਰਕ ਨਜ਼ਰਬੰਦੀ 'ਚ ਨੇ, ਹੁਣ ਇਹਨਾਂ ਦਾ ਕੀ ਮਤਲਬ ਆ? ਗ੍ਰਿਫਤਾਰੀ ਦਾ ਮਤਲਬ ਆ ਅਰੈਸਟ। ਹੁਣ ਅਰੈਸਟ ਵੀ ਦੋ ਤਰੀਕੇ ਦੀ ਗੱਲ ਹੋ ਸਕਦੀ ਹੈ, ਇੱਕ ਪੁਨੀਟਿਵ ਅਰੈਸਟ, ਇੱਕ ਪ੍ਰੀਵੈਂਟਿਵ। ਪ੍ਰੀਵੈਂਟਿਵ ਦਾ ਮਤਲਬ ਇਹ ਆ ਕਿ ਕਿਸੇ ਨੂੰ ਸ਼ੱਕ ਦੇ ਆਧਾਰ 'ਤੇ ਜੁਰਮ ਹੋਣ ਤੋਂ ਪਹਿਲਾਂ ਹੀ ਅਰੈਸਟ ਕਰ ਲੈਣਾ। ਸ਼ੱਕ ਦੇ ਆਧਾਰ 'ਤੇ ਮਾਹੌਲ ਖਰਾਬ ਕਰਨ ਦੇ ਦੋਸ਼ 'ਚ, ਉਹਨੂੰ ਕਹਿੰਦੇ ਆ ਪ੍ਰੀਵੈਂਟਿਵ ਡਿਟੈਂਸ਼ਨ, ਮਤਲਬ ਕਿ ਨਿਵਾਰਕ ਨਜ਼ਰਬੰਦੀ। ਇੱਕ ਹੁੰਦੀ ਆ ਪੁਨੀਟਿਵ ਡਿਟੈਂਸ਼ਨ, ਕਿਸੇ ਨੇ ਕੋਈ ਕ੍ਰਾਈਮ ਕੀਤਾ, ਜੁਰਮ ਕੀਤਾ, ਉਸ ਤੋਂ ਬਾਅਦ ਜੁਰਮ ਦੇ ਆਧਾਰ 'ਤੇ ਨਜ਼ਰਬੰਦੀ, ਉਹਨੂੰ ਜੁਰਮ ਦੇ ਆਧਾਰ 'ਤੇ ਅਰੈਸਟ ਕਰ ਲੈਣਾ। ਸੋ ਇਹਨਾਂ ਦੋਵਾਂ ਪ੍ਰਕਾਰ ਦੀ ਜਦੋਂ ਵੀ ਤੁਹਾਡੀ ਅਰੈਸਟ ਹੁੰਦੀ ਆ ਤਾਂ ਤੁਹਾਨੂੰ ਹੱਕ ਮਿਲਿਆ ਹੈ ਜੀਣ ਦਾ ਹੱਕ, ਆਜ਼ਾਦੀ ਦਾ ਹੱਕ। ਕਿਹੜੀ ਆਜ਼ਾਦੀ ਦਾ ਹੱਕ ਹੈ ਇੱਥੇ? ਪਹਿਲਾ ਹੱਕ ਇਹ ਕਿ 24 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਮੈਜਿਸਟ੍ਰੇਟ ਦੇ ਕੋਲ, ਜੁਡੀਸ਼ੀਅਲ ਮੈਜਿਸਟ੍ਰੇਟ ਦੇ ਕੋਲ ਪੇਸ਼ ਕੀਤਾ ਜਾਊਗਾ। ਹਾਂ, ਸਰਕਾਰ ਪੁਲਿਸ ਬਹਾਨਾ ਲੱਭ ਲੈਂਦੀ ਹੈ ਇੱਕ ਹਿਸਾਬ ਦਾ। ਕਿਵੇਂ? ਉਹ ਪਹਿਲੀ ਗੱਲ ਤਾਂ ਇਹ 'ਚ ਟਰੈਵਲਿੰਗ ਟਾਈਮ ਨਹੀਂ ਕਵਰ ਹੁੰਦਾ ਕਿ ਉਹ ਕਹਿੰਦੇ ਆ ਜੀ ਸਾਡੀ ਗੱਡੀ ਟਰੈਵਲ ਕਰਦੀ ਲੇਟ ਹੋ ਗਈ। ਇੱਕ ਤਾਂ ਇੱਕ ਕਿਸੇ ਬੰਦੇ ਦੀ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਉਸ ਵੇਲੇ ਉਹਦੀ ਅਰੈਸਟ ਪਾਉਂਦੇ ਹੀ ਨਹੀਂ, ਪਹਿਲਾਂ ਟੌਰਚਰ, 3rd ਡਿਗਰੀ ਜੋ ਵੀ ਕਰਨਾ ਉਸ ਤੋਂ ਬਾਅਦ ਉਹਦੀ ਅਰੈਸਟ ਪਾ ਲੈਂਦੇ ਆ। ਸੋ ਪੁਲਿਸ ਕੋਲ ਆਪਣੇ ਤਰੀਕੇ ਆ, ਪਰ ਅਸਲੀ ਕਾਨੂੰਨ ਕੀ ਕਹਿੰਦਾ ਹੈ ਕਿ ਜਦੋਂ ਉਸ ਬੰਦੇ ਨੂੰ ਅਰੈਸਟ ਕੀਤਾ ਉਹਦੇ ਵਕੀਲ ਨਾਲ ਗੱਲ ਕਰਨ ਦਾ ਉਹਨੂੰ ਸਮਾਂ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਅਰੈਸਟ ਬਾਰੇ ਦੱਸ ਸਕੇ ਅਤੇ ਪੂਰਾ ਉਹਦਾ ਹੱਕ ਬਣਦਾ ਹੈ। ਅਤੇ ਜੇ ਉਹ ਨਿਵਾਰਕ ਨਜ਼ਰਬੰਦੀ 'ਚ, ਪ੍ਰੀਵੈਂਟਿਵ ਡਿਟੈਂਸ਼ਨ 'ਚ, ਸ਼ੱਕ ਦੇ ਆਧਾਰ 'ਤੇ ਚੱਕਿਆ ਹੈ, ਉਹਨੂੰ ਵੱਧ ਤੋਂ ਵੱਧ ਸਿਰਫ 3 ਮਹੀਨੇ ਵਾਸਤੇ ਚੱਕਿਆ ਜਾ ਸਕਦਾ ਹੈ। ਅਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਮੁਰਾਰਜੀ ਦੇਸਾਈ ਦੀ 44ਵੀਂ ਅਮੈਂਡਮੈਂਟ, ਕੌਂਸਟੀਟਿਊਸ਼ਨਲ ਅਮੈਂਡਮੈਂਟ, 44ਵੀਂ ਸੰਵਿਧਾਨਕ ਸੋਧ ਜਿਹੜੀ ਬੜੀ ਬਦਨਾਮ ਆ, ਇਹਦੇ 'ਚ ਇਸ 3 ਮਹੀਨੇ ਦੀ ਨਜ਼ਰਬੰਦੀ ਨੂੰ ਸ਼ੱਕ ਦੇ ਆਧਾਰ 'ਤੇ ਜਿਹੜੀ ਪ੍ਰੀਵੈਂਟਿਵ ਡਿਟੈਂਸ਼ਨ ਘਟਾ ਕੇ 2 ਮਹੀਨੇ ਦੀ ਕਰਤਾ ਸੀ। ਰਾਸ਼ਟਰਪਤੀ ਦੇ ਸਾਈਨ ਵੀ ਹੋ ਗਏ ਸੀ। ਬਸ ਇੱਕ ਪੰਗਾ ਪੈ ਗਿਆ ਕਿ ਨੋਟੀਫਿਕੇਸ਼ਨ ਨਹੀਂ ਜਾਰੀ ਹੋਈ ਗਜ਼ਟ 'ਚ। ਨੋਟੀਫਿਕੇਸ਼ਨ ਨਾ ਜਾਰੀ ਹੋਵੇ, ਤੁਹਾਨੂੰ ਤਾਂ ਸਭ ਨੂੰ ਪਤਾ ਹੈ ਕਿ ਪੇਪਰ ਆ ਜਾਂਦਾ ਹੈ, ਭਾਵੇਂ ਸਭ ਕੁਛ ਹੋ ਜੇ, PPSC ਕੋਲ ਵੀ ਚੱਲ ਜੇ, PSSB ਕੋਲ, ਮਹਿਕਮੇ ਕੋਲ ਚੱਲ ਜੇ, ਸਭ ਕੁਛ ਹੋ ਜੇ, ਪਰ ਨੋਟੀਫਿਕੇਸ਼ਨ ਨਾ ਆਵੇ। ਬਸ ਅੱਜ ਤੱਕ ਇਸੇ ਕਰਕੇ ਇਹ ਨਜ਼ਰਬੰਦੀ ਜਿਹੜੀ ਨਿਵਾਰਕ ਨਜ਼ਰਬੰਦੀ ਆ, ਪ੍ਰੀਵੈਂਟਿਵ ਡਿਟੈਂਸ਼ਨ ਆ, ਇਹ ਅੱਜ ਵੀ ਸਿਰਫ 3 ਮਹੀਨੇ ਦੀ ਆ, 2 ਮਹੀਨੇ ਦੀ ਬਜਾਏ। ਸੋ ਸਾਨੂੰ ਆਰਟੀਕਲ 22 ਦੇ ਤਹਿਤ ਪਤਾ ਲੱਗ ਗਿਆ ਕਿ ਇਹਦੇ 'ਚ ਦੋਸ਼ੀਆਂ ਨੂੰ ਨਹੀਂ, ਸਿਰਫ ਕਿੰਨਾਂ ਨੂੰ ਆਜ਼ਾਦੀ ਆ? ਇਹਦੇ 'ਚ ਆਜ਼ਾਦੀ ਗ੍ਰਿਫਤਾਰ ਹੋਣ ਵਾਲੇ ਲੋਕਾਂ ਨੂੰ ਆ, ਜਿਨ੍ਹਾਂ 'ਤੇ ਗ੍ਰਿਫਤਾਰੀ ਦੀ ਤਲਵਾਰ ਆ, ਜਾਂ ਜਿਹੜੇ ਗ੍ਰਿਫਤਾਰ ਹੋ ਰਹੇ ਆ, ਚਾਹੇ ਉਹ ਦੋਸ਼ ਤੋਂ ਬਾਅਦ ਗ੍ਰਿਫਤਾਰ ਹੋ ਰਹੇ ਆ, ਚਾਹੇ ਜਸਟ ਨਿਵਾਰਕ ਨਜ਼ਰਬੰਦੀ ਆ, ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਹੋ ਰਹੇ ਆ। ਪ੍ਰੀਵੈਂਟਿਵ ਡਿਟੈਂਸ਼ਨ 'ਚ ਤੁਹਾਨੂੰ 24 ਘੰਟੇ ਪੇਸ਼ ਕਰਨ ਤੋਂ ਬਾਅਦ ਵੱਧ ਤੋਂ ਵੱਧ 3 ਮਹੀਨੇ ਹੀ ਜੇਲ੍ਹ 'ਚ ਰੱਖਿਆ ਜਾ ਸਕਦਾ ਹੈ। ਅਦਰਵਾਈਜ਼ ਤੁਹਾਨੂੰ ਛੱਡਣਾ ਪਊਗਾ ਜੇ ਤੁਹਾਡੇ ਖਿਲਾਫ ਕੋਈ ਜੁਰਮ ਨਹੀਂ ਗਾ। ਠੀਕ ਆ। ਪੁਨੀਟਿਵ ਡਿਟੈਂਸ਼ਨ 'ਚ 24 ਘੰਟੇ 'ਚ ਮੈਜਿਸਟ੍ਰੇਟ ਅੱਗੇ ਪੇਸ਼ ਕਰਕੇ ਫਿਰ ਤੁਹਾਡੇ 'ਤੇ ਟਰਾਇਲ ਚੱਲੂਗਾ। ਫਿਰ ਉਸ ਤੋਂ ਬਾਅਦ ਤੁਸੀਂ ਇਹ ਆਪਣਾ ਕੇਸ ਚੱਲਦਾ ਰਹੂਗਾ ਤੁਹਾਡਾ। ਉਹਦੇ ਤਹਿਤ ਜੇ ਤੁਹਾਡਾ ਦੋਸ਼, ਕ੍ਰਾਈਮ ਆ ਜਿਹੜਾ, ਜੁਰਮ ਜਿਹੜਾ ਹੈ ਉਹ ਕੰਪਾਊਂਡੇਬਲ ਆ, ਮਤਲਬ ਜਿਹਦੇ 'ਚ ਤੁਹਾਨੂੰ ਬੇਲ ਮਿਲ ਸਕਦੀ ਆ, ਤਾਂ ਤੁਸੀਂ ਵਿੱਚ ਛੁੱਟੀ 'ਤੇ ਵੀ ਜਾ ਸਕਦੇ ਹੋ, ਅਦਰਵਾਈਜ਼ ਨੋਨ ਬੇਲੇਬਲ ਆ। ਠੀਕ ਆ। ਉਮੀਦ ਕਰਦਾ ਕਿ ਆਰਟੀਕਲ 22, ਹੁਣ ਜੇ ਕੋਈ ਮੈਨੂੰ ਪੁੱਛੇ ਕਿ ਆਪਾਂ ਕਵਰ ਕੀ ਕੀਤਾ ਹੈ, ਆਪਾਂ ਕਵਰ ਕੀਤਾ ਹੈ 19 ਤੋਂ ਲੈ ਕੇ 22 ਤੱਕ ਕਿਹੜੇ ਅਧਿਕਾਰ? ਫਰੀਡਮ ਦੇ, ਆਜ਼ਾਦੀ ਦੇ ਅਧਿਕਾਰਾਂ 'ਤੇ ਅਸੀਂ ਪੂਰਾ ਸਟ੍ਰੈਸ ਦਿੱਤਾ ਹੈ, ਅਤੇ ਪੰਜਾਬੀ 'ਚ, ਪਿਓਰ ਪੰਜਾਬੀ 'ਚ, ਵਿਦ ਹੈਲਪ ਆਫ ਇੰਗਲਿਸ਼ ਅਸੀਂ ਇਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਵੀ ਪ੍ਰਕਾਰ ਦੀ ਕੋਈ ਡਾਊਟ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਕਨਸੈਪਟ ਨਹੀਂ ਸਮਝ ਆ ਰਿਹਾ, ਜਾਂ ਤੁਸੀਂ ਪਿਓਰ ਪੰਜਾਬੀ 'ਚ ਆਪਣਾ ਪੂਰਾ ਸਿਲੇਬਸ ਟਾਰਗੇਟ 'ਤੇ ਰੱਖਣਾ ਚਾਹੁੰਦੇ ਹੋ,
ਤਾਂ 77078 ਤੇ 00072 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਠੀਕ ਆ, ਸੋ ਅਸੀਂ ਤੁਹਾਡੇ ਤੱਕ ਕੋਸ਼ਿਸ਼ ਕਰਾਂਗੇ ਕਿ ਇਸ ਕੰਟੈਂਟ ਨੂੰ ਵੱਧ ਤੋਂ ਵੱਧ ਸਾਫ਼ ਸੁਥਰੇ ਤਰੀਕੇ ਨਾਲ ਪਹੁੰਚਾਈਏ। ਸਪੈਸ਼ਲੀ ਇਹ ਕੋਸ਼ਿਸ਼ ਸਿਰਫ ਉਹਨਾਂ ਬੱਚਿਆਂ ਵਾਸਤੇ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਪੰਜਾਬੀ, ਇੰਗਲਿਸ਼ ਜਾਂ ਕਿਸੇ ਹੋਰ ਭਾਸ਼ਾ 'ਚ ਪ੍ਰੋਪਰ ਤਰੀਕੇ ਨਾਲ ਨਹੀਂ ਪੜ੍ਹ ਸਕਦੇ, ਪਰ ਪੜ੍ਹਾਈ ਅਸੀਂ ਕਰਨਾ ਚਾਹੁੰਦੇ ਹਾਂ। ਬਸ ਚੰਗੀ ਕੁਆਲਿਟੀ ਐਜੂਕੇਸ਼ਨ ਤੋਂ ਅਸੀਂ ਵਾਂਝੇ ਹਾਂ, ਕਿਉਂਕਿ ਐਟ ਦੀ ਐਂਡ ਸਾਨੂੰ ਕਹਿ ਕੇ ਪੰਜਾਬੀ ਫਿਰ ਇੰਗਲਿਸ਼ ਵਾਲੇ ਪੱਟੇ 'ਤੇ ਚੜ੍ਹਾ ਲਿਆ ਜਾਂਦਾ ਹੈ, ਤੇ ਉਹ ਸਾਨੂੰ ਆਉਂਦੀ ਹੁੰਦੀ ਤਾਂ ਅਸੀਂ ਆਪ ਨਾ ਪੜ੍ਹ ਲੈਂਦੇ। ਅੱਜ ਵਾਸਤੇ ਇੰਨਾ ਹੀ ਬਹੁਤ ਆ, ਧੰਨਵਾਦ।